ਯਾਨੀ ਕਿ ਟਰਾਇਲ ਹੀ ਕੀਤਾ ਸੀ ਕਿ ਇੱਕ ਸ਼ੌਕ ਦੇ ਨਾਲ ਚਲੋ ਲੈ ਕੇ ਆਏ ਤੇ ਅਸੀਂ ਮੈਂ ਤਕਰੀਬਨ 7 ਬੱਚੇ ਲੈ ਕੇ ਆਇਆ ਸਾਂ। ਉਹਦੇ ਨੂੰ ਬਿਲਕੁਲ ਮੁਨਾਸਬ ਜਿਹਾ ਪ੍ਰੋਫਿਟ ਲੈ ਕੇ ਤਕਰੀਬਨ 1 ਲੱਖ ਰੁਪਈਆ ਮੈਨੂੰ ਬਚ ਗਿਆ ਸੀ ਉਹਨਾਂ ਦੇ ਵਿੱਚੋਂ। ਪੱਕੀ ਗੱਲ ਏ ਇਹ 10 ਦਿਨਾਂ 'ਚ? ਦੱਸਾਂ ਦਿਨਾਂ ਚਲੋ ਮਾਸ਼ਾਅੱਲਾ ਫਿਰ ਵੀ ਕਿਸਮਤ ਵਾਲੇ ਹੋ। अस्सलाम वालेकुम। ਵਾਲੇਕੁਮ ਅਸਲਾਮ जी प्यारे भाई की हाल है, ठीक हो? ਅਲਹਮਦੁਲਿਲਾ ਠੀਕ ਠਾਕ, ਤੁਸੀਂ ਸੁਣਾਓ? अल्लाह पाक ਦਾ ਬੜਾ ਸ਼ੁਕਰ। ਸਭ ਤੋਂ ਪਹਿਲੇ ਦੋਸਤਾਂ ਨੂੰ ਆਪਣਾ ਤੇ ਆਪਣੇ ਡੇਰੇ ਦਾ ਮੁਕੰਮਲ ਤਾਰਫ ਕਰਵਾ ਦਿਓ। ਮੇਰਾ ਨਾਮ ਅਬਦੁਲ ਮਨਾਨ ਹੈ ਤੇ ਸੀ ਸੰਭੜਿਆਲ ਜ਼ਿਲ੍ਹਾ ਸਿਆਲਕੋਟ, ਪਿੰਡ ਦਾ ਨਾਂ ਕੁਠਿਆਲਾ ਹੈ। ਮਾਸ਼ਾਅੱਲਾ ਜੀ ਪੜ੍ਹੇ ਲਿਖੇ ਨੌਜਵਾਨ ਹੋ, ਸਮਝਦਾਰ ਹੋ। ਸਭ ਤੋਂ ਪਹਿਲੇ ਦੋਸਤਾਂ ਨੂੰ ਇਹ ਦੱਸਣਾ ਹੈ ਕਿ ਤੁਹਾਨੂੰ ਕਿੰਨਾ ਅਰਸਾ ਹੋ ਗਿਆ ਜਿਹੜੀ ਵੱਛਾ ਫਾਰਮਿੰਗ ਕਰਦੇ ਆ ਤੇ ਕਿਸ ਮਕਸਦ ਵਾਸਤੇ ਕਰਦੇ ਹੋ? ਕੁਰਬਾਨੀ ਵਾਸਤੇ ਕਰਦੇ ਹੋ ਜਾਂ ਕਿ ਜਿਹੜੇ 3 ਮਹੀਨੇ ਦਾ ਪ੍ਰੋਸੈਸ ਹੈ ਫੈਟਨਿੰਗ ਉਹਦੇ ਵਾਸਤੇ ਕਰਦੇ ਹੋ? ਮੈਂ ਫਸਟ ਫਲਾਗ ਹੀ ਫਰਾਜ਼ ਭਾਈ ਪਾਇਆ ਹੈ ਬੱਚਾ ਫਾਰਮਿੰਗ ਦੇ ਵਿੱਚ। ਪਹਿਲੇ ਤੇ ਵੈਸੇ ਜਿਵੇਂ ਵਿਰਾਸਤ ਦੇ ਪਿਓ ਦਾਦੇ ਕਰਦੇ ਆਏ ਨੇ ਜਾਨਵਰਾਂ ਦਾ ਕੰਮ, ਇਸ ਦਫਾ ਬਣਾਇਆ ਹੈ ਨਿਊ ਸ਼ੈੱਡ ਤੇ ਫਸਟ ਫਲਾਗ ਹੀ ਡਾਲਿਆ ਤੇ ਇਹ ਫਲਾਗ ਜਿਹੜਾ ਕੁਰਬਾਨੀ ਉੱਤੇ ਜਾਵੇਗਾ। ਤੇ ਵੈਸੇ ਜਿਹੜਾ ਦੋ ਫਲਾਗ ਜਿਹੜੇ ਨੇ ਫੈਟਨਿੰਗ ਦੇ ਕੱਢ ਕੇ ਤੇ ਉਸ ਤੋਂ ਬਾਅਦ ਬੰਦਾ ਇੱਕ ਫਲਾਗ ਜਿਹੜਾ ਉਹ ਕੁਰਬਾਨੀ ਦਾ ਪਾ ਲੈਂਦਾ ਵੇ। ਠੀਕ ਹੀ ਨਹੀਂ, 1 ਸਾਲ ਵਿੱਚ 2 ਜਿਹੜੇ ਫਲਾਕ ਨੇ ਉਹ ਫੈਟਨਿੰਗ ਦੇ, ਉਸ ਤੋਂ ਬਾਅਦ ਇੱਕ ਜਿਹੜਾ ਕੁਰਬਾਨੀ ਵਾਲਾ ਬੰਦਾ ਉਹ ਵੀ ਕਰ ਸਕਦਾ। ਤੁਸੀਂ ਲਾਸਟ ਟਾਈਮ ਜਿਹੜੇ ਬੱਚੇ ਲਿਆਂਦੇ ਹਨ ਈਦ ਵਾਸਤੇ ਜਿਹੜੇ ਸੇਲ ਕੀਤੇ ਹੈ, ਜੋ ਲੰਮਾ ਅਰਸਾ ਤੇ ਨਹੀਂ ਹਨ ਤੁਸੀਂ ਰੱਖੇ? ਉਹ ਪਿਛਲੇ ਸਾਲ ਲਿਆਂਦੇ ਸਨ, ਉਹ ਤਕਰੀਬਨ ਈਦ ਤੋਂ 10 ਦਿਨ ਪਹਿਲੇ ਲੈ ਕੇ ਆਏ ਸਾਂ। ਉਹ ਫਿਰ ਸੇਲ ਕਰ ਦਿੱਤੇ ਹਨ। ਉਹ ਯਾਨੀ ਕਿ ਕਿਧਰੋਂ ਲਿਆ ਕੇ ਕਿਧਰੋਂ ਸੇਲ ਕਰ ਦਿੱਤੇ। ਲੇਕਿਨ ਇਹ ਵੇ ਕਿ ਘਰ ਦੇ ਬੱਚੇ ਨੇ ਖੁਦ ਜਿਹੜਾ ਉਹ ਪਾਲੇ ਨੇ ਆ ਬੱਚੇ। 10 ਦਿਨਾਂ 'ਚ ਉਹ ਜਿਹੜੇ ਲਾਸਟ ਈਦ ਉੱਤੇ ਸੇਲ ਕੀਤੇ ਨੇ ਉਹ ਵੀ ਜ਼ਰਾ ਦੋਸਤਾਂ ਨੂੰ ਤਜਰਬਾ ਦੱਸਣਾ ਹੈ ਕਿ ਉਹ ਜਿਹੜੇ 10 ਦਿਨ ਤੁਸੀਂ ਜਾਨਵਰ ਰੱਖੇ ਹਨ, ਕਿੰਨੇ ਜਾਨਵਰ ਲੈ ਕੇ ਆਏ ਹੋ ਤੇ ਕਿੰਨਾ ਕੁ ਕੋਈ ਉਹ ਬਚਤ ਦੇ ਗਏ ਹਨ? 10 ਦਿਨ ਫਿਰ ਯਾਨੀ ਕਿ ਟਰਾਇਲ ਹੀ ਕੀਤਾ ਸੀ ਕਿ ਇੱਕ ਸ਼ੌਕ ਦੇ ਨਾਲ ਚਲੋ ਲੈ ਕੇ ਆਏ ਤੇ ਅਸੀਂ ਮੈਂ ਤਕਰੀਬਨ 7 ਬੱਚੇ ਲੈ ਕੇ ਆਇਆ ਸਾਂ। ਉਹਦੇ ਨੂੰ ਬਿਲਕੁਲ ਮੁਨਾਸਬ ਜਿਹਾ ਪ੍ਰੋਫਿਟ ਲੈ ਕੇ ਤਕਰੀਬਨ 1 ਲੱਖ ਰੁਪਈਆ ਮੈਨੂੰ ਬਚ ਗਿਆ ਸੀ ਉਹਨਾਂ ਦੇ ਵਿੱਚੋਂ। ਪੱਕੀ ਗੱਲ ਏ ਇਹ 10 ਦਿਨਾਂ 'ਚ? ਦੱਸਾਂ ਦਿਨਾਂ ਚਲੋ ਮਾਸ਼ਾਅੱਲਾ ਫਿਰ ਵੀ ਕਿਸਮਤ ਵਾਲੇ ਹੋ। ਹਾਲਾਂਕਿ ਜਿਹੜੀ ਪਿਛਲੀ ਈਦ ਗੁਜ਼ਰੀ ਹੈ ਕੁਝ ਦੋਸਤਾਂ ਦੇ ਜਾਨਵਰ ਵਾਪਸ ਆਏ ਨੇ, ਸਾਰੇ ਸੇਲ ਨਹੀਂ ਹੋਏ। ਐਂਡ ਤੇ ਜਾ ਕੇ ਬਹੁਤ ਮੰਦਾ ਪਿਆ, ਲੇਕਿਨ ਫਿਰ ਵੀ ਮੈਂ ਜਿਹੜਾ ਜਾਨਵਰ ਲੈ ਕੇ ਆਉਂਦਾ 5000 10000 ਜਿਹੜਾ ਕੋਈ ਜ਼ਿਆਦਾ ਮੁਨਾਸਬ ਲੱਭ ਜੇ ਉਹਦਾ 12000 ਇੰਨਾ ਪ੍ਰੋਫਿਟ ਹੈ। ਇਸ ਤੋਂ ਵੱਧ ਯਾਨੀ ਤੁਹਾਡਾ ਜ਼ੇਨ ਇਹ ਸੀ ਕਿ ਜਾਇਜ਼ ਮੁਨਾਸਬ ਰੋਜ਼ੀ ਹੋਏ, ਲੰਮੀਆਂ ਛਾਲਾਂ ਨਹੀਂ ਮਾਰਨੀਆਂ, ਤੇ ਉਹਦੀ ਜ਼ਾਤ ਨੇ ਵੀ ਜਿਹੜਾ ਨਾ ਕਰਮ ਕੀਤਾ ਹੈ ਤੇ ਤੁਹਾਡੇ ਜਾਨਵਰ ਸੇਲ ਹੋ ਗਏ ਹਨ। ਇਹ ਅਬਦੁਲ ਮਨਾਨ ਸਾਹਿਬ ਇਹ ਦੱਸੋ ਕਿ ਇਸ ਟਾਈਮ ਜਨਾਬ ਕੋਲ ਕਿੰਨੇ ਬੱਚੇ ਨੇ, ਕਿ ਇਹਨਾਂ ਦੀ ਖਰੀਦਦਾਰੀ ਕਿਸ ਇਲਾਕੇ ਤੋਂ ਕੀਤੀ ਹੈ ਤੇ ਕਿਸ ਹਿਸਾਬ ਨਾਲ ਕੀਤੀ ਹੈ? ਇਸ ਟਾਈਮ ਬੱਚੇ ਲੈ ਕੇ ਆਏ ਜੇ 16 ਬੱਚੇ ਲੈ ਕੇ ਆਏ ਹਾਂ ਤੇ ਇਹ ਜ਼ਿਲ੍ਹਾ ਲਈਆ ਤੋਂ ਲੈ ਕੇ ਆਏ ਸੇ ਬੱਚੇ, ਉੱਥੋਂ ਖਰੀਦਦਾਰੀ ਕੀਤੀ। ਇਹ ਜਿਹੜੇ ਬੱਚੇ ਨੇ ਜੋ ਖਰੀਦਦਾਰੀ ਕੀਤੀ ਹੈ ਇਹਨਾਂ ਦੇ ਵਜ਼ਨ ਦੇ ਹਿਸਾਬ ਨਾਲ ਕੀਤੀ ਹੈ ਜਾਂ ਇਹਨਾਂ ਦੀ ਉਮਰ ਦੇ ਹਿਸਾਬ ਨਾਲ ਕੀਤੀ ਹੈ? ਕਿੰਜ ਜਾਨਵਰ ਮਿਲੇ ਨੇ ਤੁਹਾਨੂੰ? ਜਾਨਵਰ ਜਿਹੜੇ ਨੇ ਨਾ ਫਰਾਜ਼ ਭਾਈ, ਜਦੋਂ ਵੀ ਬੰਦਾ ਮੰਡੀ ਤੇ ਜਾਂਦਾ ਨਾ ਤੇ ਉਹਦੇ 'ਚ ਇਹ ਹੁੰਦਾ ਕਿ ਜਿਹੜੇ ਜਾਨਵਰ ਕੁਰਬਾਨੀ ਵਾਸਤੇ ਦੋਂਦੇ ਲੱਗਣੇ ਦੇ ਅੰਦੇਸ਼ੇ 'ਚ ਹੁੰਦੇ ਨੇ ਉਹ ਜਾਨਵਰ ਮਹਿੰਗੇ ਮਿਲਦੇ ਨੇ ਤੇ ਜਿਹੜੇ ਦੂਸਰੇ ਗੋਸ਼ਤ ਦੇ ਹਿਸਾਬ ਤੇ ਨੇ ਉਹ ਸਸਤੇ ਮਿਲਦੇ ਨੇ। ਅਸਾਂ ਇਹ ਪੁੱਠੇ ਦੇ ਹਿਸਾਬ ਤੇ ਖਰੀਦਦੇ ਸਨ, ਜਿਹਨਾਂ ਦੇ ਜਾਨਵਰ ਦੋਂਦੇ ਲੱਗਣ ਵਾਲੇ ਸਨ ਉਹ ਜ਼ਰਾ ਮਹਿੰਗੇ ਮਿਲ ਗਏ ਸਨ, ਠੀਕ ਹੈ। ਤੇ ਜਿਹੜੇ ਦੂਸਰੇ ਸਨ ਉਹ ਮੁਨਾਸਬ ਲੱਗ ਗਏ ਹਨ ਕਿਉਂਕਿ ਉਹਨਾਂ ਕੁਰਬਾਨੀ ਤੇ ਨਹੀਂ ਸੀ। ਇਸ ਟਾਈਮ ਹੈ ਜਿਹੜੇ ਤੁਹਾਡੇ ਕੋਲ ਜਾਨਵਰ ਮੌਜੂਦ ਨੇ, ਆਇਆ ਕਿ ਕੁਰਬਾਨੀ ਤੇ ਲੱਗਦੇ ਨੇ? ਅਗਰ ਲੱਗਦੇ ਨੇ ਤੇ ਕੀ ਰੇਟ ਹੈ ਇਹਨਾਂ ਦਾ ਫਿਲਹਾਲ? ਕਿਉਂਕਿ ਹੁਣ ਦਿਨ ਬ ਦਿਨ ਇਹਨਾਂ ਦੇ ਰੇਟ 'ਚ ਇਜ਼ਾਫਾ ਹੋਣਾ ਹੈ। ਹਲੇ ਸੇਲ ਕਰੋ ਦੇ ਜਾਂ ਕਿ ਈਦ ਦੇ ਨਜ਼ਦੀਕ ਕਰੋ ਦੇ? ਨਹੀਂ, ਹੁਣ ਨਹੀਂ ਸੇਲ ਕਰਾਂਗੇ ਇਨਸ਼ਾਅੱਲਾ, ਈਦ ਦੇ ਨਜ਼ਦੀਕ ਹੀ ਸੇਲ ਕਰਾਂਗੇ। ਉਸ ਤੋਂ ਪਹਿਲੇ ਜਿਹੜਾ ਇਹ ਹੁਣ ਅਸੀਂ ਸਾਡਾ ਵਿਜ਼ਨ ਇਹ ਸੀ ਕਿ ਅਸੀਂ ਇਹਨੂੰ ਕੁਰਬਾਨੀ ਤੇ ਲੈ ਕੇ ਜਾਵਾਂਗੇ ਫਲਾਗ ਨੂੰ, ਉਸ ਤੋਂ ਪਹਿਲੇ ਅਸੀਂ ਸੇਲ ਨਹੀਂ ਕਰਾਂਗੇ। ਤੇ ਉਸ ਤੋਂ ਬਾਅਦ ਈਦ ਤੋਂ ਬਾਅਦ ਅਸੀਂ ਦੁਬਾਰਾ ਫਿਰ ਫਲਾਗ ਜਿਹੜਾ ਪਾਵਾਂਗੇ ਉਹ 3 ਮਹੀਨੇ ਤੋਂ ਬਾਅਦ ਫਿਰ ਪਾ ਕੇ 3-3.5 ਮਹੀਨੇ ਤੋਂ ਬਾਅਦ ਉਹ ਫਿਰ ਸੇਲ ਕਰਾਂਗੇ। ਕਿ ਕਿੰਨੇ ਬੱਚੇ ਤੁਹਾਡੇ ਕੋਲ 2 ਦੰਦ ਨੇ ਜਾਂ 2 ਦੰਦੋਂ ਹੀ ਆਉਂਦੇ ਈਦ ਤੋਂ ਪਹਿਲੇ? ਤਕਰੀਬਨ 10 ਕੁ ਬੱਚੇ ਹੁੰਦੇ ਜਿਹੜੇ ਕੁਰਬਾਨੀ ਤੇ ਹੁੰਦੇ, ਲੇਕਿਨ ਆ ਛੋਟੀ ਤੋਂ ਬਾਅਦ ਇਨਸ਼ਾਅੱਲਾ ਫਿਰ ਅਸੀਂ ਹੋਰ ਲੈ ਕੇ ਆਵਾਂਗੇ। ਚਲੋ ਅੱਲਾ ਹੈ ਰੱਖੇ, ਤੁਹਾਡਾ ਰੇਟ ਵੀ ਮੁਨਾਸਬ ਹੁੰਦਾ ਹੈ। ਮੈਂ ਪੁੱਛਣਾ ਚਾਹਾਂਗਾ ਕਿ ਤੁਸੀਂ ਆਪਣੀ ਕੋਈ ਅਗਰ ਕੈਲਕੂਲੇਸ਼ਨ ਕੱਢ ਲਈਏ ਜਾਂ ਅਗਰ ਜ਼ੇਨ 'ਚ ਆਇਆ ਹੋਵੇ ਤਾਂ ਰੇਟ ਦੱਸ ਦਿਓ ਨਾ, ਕਿ ਅਗਰ ਤੁਸੀਂ ਸੇਲ ਕਰਨੇ ਨੇ ਛੋਟੀ ਤੋਂ ਬਾਅਦ ਹੀ ਕਰਨੇ ਜੇ ਨਾ, ਜਿਹੜੇ ਦੋਂਦੇ ਨੇ ਉਹ ਕਿੰਨੇ ਕੁ ਤੱਕ ਹੁੰਦੇ? ਤੁਹਾਡੀ ਕੀ ਰੇਂਜ ਹੋਈ ਦੀ ਕਮ ਅਜ਼ ਕਮ ਤੇ ਜ਼ਿਆਦਾ ਤੋਂ ਜ਼ਿਆਦਾ? ਹੁਣ ਫਰਾਜ਼ ਭਾਈ ਝੂਠ ਮਾਰਨ ਵਾਲੀ ਗੱਲ ਕੋਈ ਨਹੀਂ, ਇਹ ਹੁਣ ਤਕਰੀਬਨ ਬੱਚੇ ਨੇ ਤੇ ਇਹ ਬੱਚਿਆਂ ਦੇ ਹਿਸਾਬ ਤਕਰੀਬਨ 75000 ਰੁਪਏ ਦੇ ਵਿੱਚ ਸਾਨੂੰ ਤਾਂ ਅੱਜ ਤੋਂ 3 ਮਹੀਨੇ ਪਹਿਲੇ ਆ ਬੱਚੇ ਪਏ ਸਨ ਇੱਥੇ, ਠੀਕ ਹੈ। ਤੇ ਉਹਦੇ ਵਿੱਚ ਹੁਣ 3 ਮਹੀਨੇ ਦੇ ਵਿੱਚ ਤੁਹਾਨੂੰ ਹਰ ਬੰਦੇ ਨੂੰ ਪਤਾ ਹੈ ਕਿ ਕਿੰਨਾ ਕੁ ਐਸਟੀਮੇਟ ਬੰਦੇ ਦਾ ਲੱਗ ਹੀ ਜਾਂਦਾ ਹੋਵੇ, ਖਰਚਾ ਵਗੈਰਾ ਹੋ ਜਾਂਦਾ ਹੈ, ਠੀਕ ਹੈ। ਤੇ ਇਹ ਹੁੰਦਾ ਹੈ ਬੱਚੇ ਦੀ ਗਰੋਥ ਦੇ ਹਿਸਾਬ ਤੇ। ਜੇ ਬੱਚਾ ਲੈ ਕੇ ਆਏ ਆ 75000 ਦਾ, ਹੋ ਸਕਦਾ ਉਹ 60 ਤੇ ਆ ਜਾਏ, ਗਰੋਥ ਨਾ ਹੋਵੇ ਉਹਦੀ, ਬਿਮਾਰ ਹੋ ਜਾਵੇ, ਠੀਕ ਹੈ। ਤੇ ਉਂਝ ਜਿਹੜਾ ਇਹ ਬੱਚਾ ਅੱਛੀ ਦੇਖਭਾਲ ਕਰੀਏ ਤੇ 1.25 ਲੱਖ 1.5 ਲੱਖ ਦੇ ਵਿੱਚ ਚਲਾ ਜਾਂਦਾ ਹੈ। ਇਹ ਬੰਦਾ ਉਹਨਾਂ ਨੂੰ ਵੰਡਾ ਵਗੈਰਾ ਕਿੰਨਾ ਪਾਉਂਦਾ ਹੈ, ਉਹਨਾਂ ਨੂੰ ਸਾਦਾ ਚਾਰੇ ਤੇ ਰੱਖਦਾ ਜਾਂ ਕੀ ਹਿਸਾਬ ਦਾ ਹੋਵੇ।
ਇਹਨਾਂ ਦੀ ਖੁਰਾਕ ਦੇ ਬਾਰੇ ਚ ਦੱਸੋ, ਵੰਡਾ ਕਿਹੜਾ ਇਸਤੇਮਾਲ ਕਰਦੇ ਹੋ, ਦੇਸੀ ਕਰਦੇ ਹੋ ਜਾਂ ਕਿ ਬਾਜ਼ਾਰੀ? ये फिलहाल कोई भी वंडा इस्तेमाल नहीं किया। ਕੀ ਇਸਤੇਮਾਲ ਕਰਾਂਦੇ ਪਏ ਇਹਨਾਂ ਨੂੰ? ये फिलहाल सब्ज चारा, ਸਬਜ਼ ਚਾਰਾ, ਹਾਂਜੀ। ਤੂੜੀ ਨਹੀਂ? तूड़ी भी नहीं इस्तेमाल की। ਪੱਕੀ ਗੱਲ ਹੈ। ਪੱਕੀ ਗੱਲ। ਕੁਝ ਦੋਸਤ ਕਹਿੰਦੇ ਨੇ ਸਬਜ਼ ਚਾਰਾ ਨੁਕਸਾਨਦੇਹ ਹੁੰਦਾ ਹੈ, ਅਗਰ ਜ਼ਿਆਦਾ ਇਸਤੇਮਾਲ ਕਰੀਏ ਤੂੜੀ ਮਿਕਸ ਕਰਨੀ ਚਾਹੀਦੀ ਹੈ। देखो मिक्स ਜ਼ਰੂਰ ਕਰਨੀ ਚਾਹੀਦੀ ਹੈ, ਲੇਕਿਨ ਜਿਹੜੀ ਇਹ ਨਾ ਜਿਹੜਾ ਬਛੜਾ ਮਾਲ ਹੁੰਦਾ ਨਾ, ਇਹਨੂੰ ਜਿੰਨੀ ਦੇਰ ਤੱਕ ਇਹ ਤੂੜੀ ਨਾ ਪਾਈਏ, ਇਹ ਆਪਣਾ ਵੱਖੀ ਨਹੀਂ ਖੋਲਦਾ। ਠੀਕ ਹੈ, ਜਦੋਂ ਤੂੜੀ ਪਾਣੀ ਇਹਨੇ ਵੱਖੀ ਖੋਲ ਜਾਣੀ। ਲੇਕਿਨ ਇਹ ਵੇ ਕਿ ਖੁਰਾਕ ਉਹ ਨਹੀਂ, ਤੇ ਉਹ ਹੁਣ ਜਿਹੜੀ ਤੂੜੀ ਉਹਦੇ ਵਿੱਚ ਪ੍ਰੋਟੀਨ ਲੈਵਲ 0% ਹੈ। ਹੋ ਸਕਦਾ ਘੱਟੇ ਦੀ ਵਜ੍ਹਾ ਤੋਂ ਥੱਲੇ ਹੀ ਆਵੇ, ਉੱਤੇ ਨਹੀਂ ਜਾ ਸਕਦਾ। ਠੀਕ ਹੈ, ਉਹਦਾ ਸਿਰਫ ਮਕਸਦ ਸਿਰਫ ਇਹ ਕਿ ਜਾਨਵਰ ਨੂੰ ਰੁਝਾਉਣਾ, ਉਹਦੀ ਭੁੱਖ ਨੂੰ ਮਿਟਾਉਣਾ, ਹੋਰ ਉਹਦਾ ਕੋਈ ਮਕਸਦ ਨਹੀਂ ਤੂੜੀ ਦਾ। ਠੀਕ ਹੈ, ਸਰਚ ਕੀਤੀ ਹੈ? ਸਰਚ ਕੀਤੀ ਹੈ, ਤੂੜੀ ਦੇ ਵਿੱਚ 0% ਪ੍ਰੋਟੀਨ ਹੈ। ਠੀਕ ਹੈ। ਠੀਕ ਹੈ, ਘੱਟ ਹੋ ਸਕਦੀ ਹੈ ਧੂੜ ਮਿੱਟੀ ਦੀ ਵਜ੍ਹਾ ਤੋਂ। ਠੀਕ ਹੈ, ਲੇਕਿਨ ਉਹਦੇ ਵਿੱਚ ਵੱਧ ਨਹੀਂ ਹੋ ਸਕਦਾ। ਲੇਕਿਨ ਉਹ ਮਤਬਾਦਲ ਹੈ, ਯੂਰੀਆ ਟ੍ਰੀਟ ਕਰਕੇ ਉਹਦੀ ਜਿਹੜੀ ਪ੍ਰੋਟੀਨ ਲੈਵਲ ਹੈ ਉਹ ਇਨਕਰੀਜ਼ ਕੀਤਾ ਜਾ ਸਕਦਾ ਹੈ। ਕੀਤਾ ਜਾ ਸਕਦਾ। ਉਹਦੇ ਵਿੱਚ ਤੁਸੀਂ ਵੰਡਾ ਇਸਤੇਮਾਲ ਕਰਦੇ ਹੋ। ਠੀਕ ਹੈ, ਵੰਡਾ ਜਿਹੜਾ 2-3 ਕਿਲੋ ਦੇ ਨਾਲ ਦੀ ਜਿਹੜੀ ਇਹ ਖੁਰਾਕ ਉਹਦੀ ਪੂਰੀ ਕਰਦਾ, ਲੇਕਿਨ ਜਿਹੜੀ ਤੂੜੀ ਉਹਦਾ ਜਿਹੜੀ ਭੁੱਖ ਹੁੰਦੀ ਹੈ ਅੰਦਰ ਉਹ ਮਿਟਾਉਂਦੀ ਹੈ। ਠੀਕ ਹੈ। ਸਬਜ਼ ਚਾਰਾ ਕਿਹੜਾ ਬਰਸੀਮ ਹੀ ਅੱਜਕੱਲ ਚੱਲਦਾ ਪਿਆ? ਬਰਸੀਮ ਚੱਲਦਾ ਪਿਆ, ਨਾਲ ਲੂਸਨ ਚੱਲਦਾ ਪਿਆ। ਨਹੀਂ, ਅਗਰ ਜ਼ਿਆਦਾ ਸਬਜ਼ ਚਾਰਾ ਬਰਸੀਮ ਅਗਰ ਇਸਤੇਮਾਲ ਕਰਾਈਏ ਤੇ ਇਹਨਾਂ ਨੂੰ ਜਿਹੜੀ ਕਹਿੰਦੇ ਨੇ ਵਾਹ, ਉਹ ਨਹੀਂ ਲੱਗ ਜਾਂਦੀ? ਵਾਹ ਲੱਗਦੀ ਹੈ ਨਾ, ਵਾਹ ਲੱਗੀ। ਤਾਂ ਨੁਕਸਾਨਦੇਹ ਨਹੀਂ? ਨਹੀਂ, ਕੋਈ ਨੁਕਸਾਨਦੇਹ ਨਹੀਂ ਹੈ। ਵਜ਼ਨ ਗੇਨ ਕਰਦੇ ਨੇ? ਵਜ਼ਨ ਗੇਨ ਕਰਦੇ ਨੇ। ਠੀਕ ਹੈ। ਇਸ ਤੋਂ ਇਲਾਵਾ ਇਹਨਾਂ ਨੂੰ ਕੋਈ ਮਿਰਚ ਮਸਾਲਾ, ਜਿੰਜ ਗਰਮੀ ਚੱਲਦੀ ਹੈ ਪਈ, ਮਿਰਚ ਮਸਾਲੇ ਉਹ ਨਾਲ ਦਿੰਦੇ ਰਹੀਦੇ। ਹਫਤੇ ਬਾਅਦ ਜਿਹੜੇ ਨੇ ਮਸਾਲੇ ਲੈ ਵੀ ਦੇ ਨੇ, ਉਹ ਲਿਆ ਕੇ ਇਹਨਾਂ ਨੂੰ ਖਵਾਈਦੇ ਨੇ। ਠੀਕ ਹੈ, ਤੇ ਇਹ ਵੇ ਕਿ ਜਿਹੜੇ ਲੋਕ ਨਿਊ ਕਰਨਾ ਚਾਹੁੰਦੇ ਨੇ ਨਾ ਇਹ ਫੈਟਨਿੰਗ ਦੇ ਵਿੱਚ, ਕਿਸੇ ਵੀ ਕਾਰੋਬਾਰ ਦੇ ਵਿੱਚ, ਲਾਈਫ ਸਟਾਕ ਦੇ ਵਿੱਚ, ਪਹਿਲੇ ਇਹ ਵੇ ਕਿ ਥੋੜਾ ਤਜਰਬਾ ਕਰ ਲੈਣ ਕਰਨ। ਠੀਕ ਹੈ, ਐਵੇਂ ਹੀ ਆ ਕੇ ਵੀਡੀਓਜ਼ ਦੇਖ ਕੇ ਤੇ ਬੰਦਾ ਆ ਕੇ ਇਨਵੈਸਟਮੈਂਟ ਕਰੇ ਤੇ ਉਹ ਫਿਰ ਬੰਦਾ ਘਾਟੇ 'ਚ ਜਾਂਦਾ ਹੈ। ਘਾਟੇ 'ਚ ਜਾਂਦਾ। ਠੀਕ ਹੈ, ਲੇਕਿਨ ਇਹ ਵੇ ਕਿ ਪਹਿਲੇ ਸਾਲ 2 ਸਾਲ ਕਿਸੇ ਦੇ ਨਾਲ ਰਲ ਕੇ ਕਰ ਲੇ ਜਾਂ ਕਿਸੇ ਕੋਲ ਇਨਫੋਰਮੇਸ਼ਨ ਲੈ ਲੇ। ਠੀਕ ਹੈ, ਤੇ ਜਿਹੜਾ ਹੁੰਦਾ ਨਾ ਕਿ ਇੱਕ ਹਾਲੀ ਪਲਾਓ ਨਾਲ ਬੰਦਾ ਵੇਖ ਕੇ ਤੇ ਸ਼ੁਰੂ ਕਰ ਲਵੇ, ਉਹਦੇ ਵਿੱਚ ਬੰਦਾ ਨਾ ਘਾਟੇ ਦੇ ਵਿੱਚ ਜਾਂਦਾ ਵੇ ਜ਼ਿਆਦਾਤਰ। ਠੀਕ ਹੈ। ਮਨਾਨ ਸਾਹਿਬ ਹੈ ਜਿਹੜਾ ਫਾਰਮ ਬਣਾਇਆ ਨਵਾਂ ਲੱਗਦਾ ਪਿਆ ਕਿ ਫਾਰਮ ਬਣਿਆ, ਕਿੰਨੇ ਮਰਲੇ 'ਚ ਬਣੇ ਆ? ਚਾਰ ਦੀਵਾਰੀ ਜਿਹੜੀ ਕੀਤੀ ਉਹ ਵੀ ਦੱਸਣੀ, ਤੇ ਜਿਹੜਾ ਸ਼ੈੱਡ ਹੈ ਉਹ ਕਿੰਨੇ ਮਰਲੇ 'ਚ ਵੇ? ਸ਼ੈੱਡ ਤਕਰੀਬਨ ਮੇਰੇ ਖਿਆਲ ਨਾਲ ਕੋਈ 10 ਕੁ ਮਰਲੇ ਦੇ ਵਿੱਚ। ਤੇ ਇਹ ਜਿਹੜੀ ਚਾਰ ਦੀਵਾਰੀ ਕੀਤੀ ਹੈ ਟੋਟਲ ਕਿੰਨਾ ਜਿਹੜਾ ਏਰੀਆ ਤੁਸੀਂ ਕਵਰ ਕੀਤਾ ਹੈ? ਇਹ ਕੋਈ 1.5 ਕਨਾਲ ਜਾਂ 2.5 ਕਨਾਲ ਹੋਵੇਗੀ। ਠੀਕ ਹੈ, 1.5 ਪੌਣੇ 2 ਕਨਾਲ ਸ਼ੈੱਡ ਬਣਿਆ ਇਹ 10 ਮਰਲੇ 'ਚ। ਟੋਟਲ ਕਿੰਨਾ ਖਰਚਾ ਆ ਗਿਆ, ਕੋਈ ਐਸਟੀਮੇਟ ਹੈ? ਕੋਲ ਕੈਲਕੂਲੇਸ਼ਨ ਕੀਤੀ ਕਿ ਨਹੀਂ ਕੀਤੀ? ਤਕਰੀਬਨ ਕੋਈ 14 ਕੁ ਲੱਖ ਇਹਦੇ ਤੇ ਆਇਆ ਵੇ। ਸ਼ੈੱਡ ਉੱਤੇ, ਚਾਰ ਦੀਵਾਰੀ ਉੱਤੇ? ਸ਼ੈੱਡ, ਚਾਰ ਦੀਵਾਰੀ, ਹਰ ਚੀਜ਼, ਖੁਰਲੀ ਸ਼ੁਰਲੀ ਯਾਰ, ਥੱਲੇ ਮੈਂ ਟਫ ਟਾਇਲ ਲਵਾਈ ਹੈ। ਕੀ ਬਾਤ ਹੈ, ਅਮੀਰ ਆਦਮੀ ਮਾਸ਼ਾਅੱਲਾ ਜੀ, ਜਾਨਵਰਾਂ ਨੂੰ ਸਹੂਲਤ ਦਿੱਤੀ ਹੈ। ਇਸ ਤੋਂ ਇਲਾਵਾ ਸਾਈਡਾਂ ਤੇ ਜਿਹੜਾ ਉਹ ਕੱਚੀ ਜਗ੍ਹਾ ਵੀ ਮੌਜੂਦ ਹੈ, ਯਾਨੀ ਕਿ ਜਾਨਵਰ ਹੈ ਵੀ ਖੁੱਲੇ ਨੇ, ਪਾਣੀ ਦਾ ਬੰਦੋਬਸਤ ਵੀ ਹੈ। ਪਾਣੀ ਦੇ ਵਿੱਚ ਉਧਰ ਵੀ ਖੁਰਲੀ ਬਣਾਈ ਹੈ, ਉਧਰ ਵੀ ਖੁਰਲੀ ਬਣਾਈ ਹੈ। ਠੀਕ ਹੈ, ਯਾਨੀ ਕਿ ਪੂਰਾ ਤੁਸੀਂ ਜਿੰਜ ਕਹਿ ਲਓ ਕਿ ਸਾਇੰਟੀਫਿਕ ਤਰੀਕੇ ਨਾਲ, ਇਹ ਸਮਝਦਾਰੀ ਨਾਲ ਜਿਹੜਾ ਨਾ ਫਾਰਮ ਨੂੰ ਡਿਜ਼ਾਈਨ ਕੀਤਾ ਹੈ। ਇਹ ਜਿਹੜੀ ਛੱਤ ਹੈ ਇਹ ਸੀਮਟ ਵਾਲੀਆਂ ਸਲੈਬਾਂ ਨੇ, ਆਇਆ ਕਿ ਜਿੰਜ ਹੁਣ ਗਰਮੀ ਹੈ ਇਹਦੇ ਵਿੱਚ ਵੀ ਮੌਜੂਦ ਨੇ, ਸਰਦੀ ਵਿੱਚ ਵੀ ਮੌਜੂਦ ਨੇ? ਸਰਦੀ ਵਿੱਚ ਵੀ ਕੋਈ ਮਸਲਾ ਨਹੀਂ। ਇਹਦੇ ਵਿੱਚ ਅਸੀਂ ਇਹ ਸਲੈਬਾਂ ਦੇ ਉੱਤੇ ਮਿੱਟੀ ਪਾਈ। ਠੀਕ ਹੈ, ਮਿੱਟੀ ਜਿਹੜੀ ਉਹ ਗਰਮੀ ਦੇ ਵਿੱਚ ਵੀ ਬਿਹਤਰੀਨ ਹੁੰਦੀ ਹੈ, ਤੇ ਸਰਦੀ ਦੇ ਵਿੱਚ ਅਸੀਂ ਸਾਈਡਾਂ ਤੇ ਤਰਪਾਲ ਲਾ ਲਈਦੇ ਨੇ। ਠੀਕ ਹੈ, ਛਾਪਰ ਪਾ ਕੇ ਮਿੱਟੀ ਪਾਈ ਹੈ? ਛਾਪਰ ਪਾ ਕੇ ਮਿੱਟੀ ਪਾਈ ਹੈ। ਠੀਕ ਹੈ, ਸਰਦੀ 'ਚ ਸਾਈਡਾਂ 'ਚ ਫਿਰ ਤਰਪਾਲ ਸੁੱਟ ਲੈਂਦੇ ਹੋ? ਹਾਂਜੀ। ਠੀਕ ਹੈ, ਮਾਸ਼ਾਅੱਲਾ। ਇਹ ਹੁਣ ਕਿੰਨੇ ਜਾਨਵਰ ਨੇ ਤੁਹਾਡੇ ਕੋਲ? ਹੁਣ ਟੋਟਲ ਸਾਡੇ ਕੋਲ ਉਹਦੇ ਨਾਲ ਵੱਛੀਆਂ ਵੀ ਨੇ, ਝੋਟੀਆਂ ਨੇ। ਟੋਟਲ ਤਕਰੀਬਨ ਸਾਡੇ 30-31 ਜਾਨਵਰ ਹੈ ਨੇ, ਲੇਕਿਨ ਬੱਚੇ ਜਿਹੜੇ ਨੇ ਉਹ ਫਿਲਹਾਲ 16 ਹੀ ਨੇ। ਇਹ ਇਨਸ਼ਾਅੱਲਾ ਈਦ ਤੋਂ ਬਾਅਦ ਫਿਰ ਹੋਰ ਲੈ ਕੇ ਆਵਾਂਗੇ। ਜਿਹੜਾ ਦੌਰ ਚੱਲਦਾ ਪਿਆ, ਕਿਸੇ ਤੇ ਯਕੀਨ ਕਰਨਾ, ਇਤਮਾਦ ਕਰਨਾ ਕਾਫੀ ਮੁਸ਼ਕਲ ਹੈ ਮੇਰੇ ਨਜ਼ਦੀਕ। ਮਾਸ਼ਾਅੱਲਾ ਤੁਹਾਡੇ ਪਹਿਲੇ ਵੀ ਕੁਝ ਇੰਟਰਵਿਊ ਹੋਏ ਨੇ, ਆਵਾਮ ਨੇ ਬੜੇ ਪਸੰਦ ਕੀਤੇ ਨੇ, ਬਲਕਿ ਕੁਝ ਦੋਸਤਾਂ ਨੇ ਤੁਹਾਡੇ ਨਾਲ ਸ਼ਰਾਕਤਦਾਰੀ ਵੀ ਕੀਤੀ ਹੈ, ਇਨਵੈਸਟਮੈਂਟ ਕੀਤੀ ਹੈ। ਆਇਆ ਕਿ ਅਗਰ ਹੁਣ ਵੀ ਕੋਈ ਦੋਸਤ ਵੀਡੀਓ ਵੇਖ ਕੇ ਤੁਹਾਡੇ ਨਾਲ ਸ਼ਰਾਕਤਦਾਰੀ ਕਰਨਾ ਚਾਹੁੰਦਾ ਹੈ, ਤੁਸੀਂ ਮੁਤਮਿਨ ਹੋ, ਐਗਰੀ ਹੋ ਕਿ ਨਹੀਂ? ਦੇਖੋ, ਕੋਈ ਵੀ ਕਾਰੋਬਾਰ ਹੈ ਉਹ ਬੰਦੇ ਦੇ ਇਤਮਾਦ ਤੇ ਹੁੰਦਾ ਹੈ। ਸਾਨੂੰ ਕਿਧਰੇ ਵੀ ਕਾਰੋਬਾਰ ਕਰਨਾ ਪੈਂਦਾ, ਉਹ ਸਾਨੂੰ ਕਿਸੇ ਦੇ ਉੱਤੇ ਭਰੋਸਾ ਕਰਨਾ ਪੈਂਦਾ। ਇਹ ਜਿਹੜਾ ਮੈਂ ਫਾਰਮ ਬਣਾਇਆ, ਇਹ ਵੀ ਮੈਂ ਇੱਕ ਬੰਦੇ ਦੇ ਨਾਲ ਇਨਵੈਸਟਮੈਂਟ ਉਹਨੇ ਕੀਤੀ, ਰਲ ਕੇ ਐਪ ਯਾਨੀ ਕਿ ਸੈਟਅਪ ਬਣਾਇਆ। ਠੀਕ ਹੈ, ਆਉਣ ਵਾਲੇ ਵਕਤ ਦੇ ਵਿੱਚ ਵੀ ਮੇਰੇ ਕੋਲ ਤਕਰੀਬਨ ਪਿੱਛੇ ਬਾਗ ਹੈ ਕਾਫੀ, ਤਕਰੀਬਨ 4 ਏਕੜ ਦਾ। ਠੀਕ ਹੈ, ਉਹਦੇ ਵਿੱਚ ਅਗਰ ਕੋਈ ਭਾਈ ਇਨਵੈਸਟਮੈਂਟ ਕਰਨਾ ਚਾਹੁੰਦਾ ਹੋਇਆ, ਕੋਈ ਗੋਟ ਫਾਰਮਿੰਗ ਵਿੱਚ ਕਰਨਾ ਚਾਹੁੰਦਾ ਹੋਇਆ, ਠੀਕ ਹੈ, ਤੇ ਕੋਈ ਮਸਲਾ ਨਹੀਂ, ਇਨਸ਼ਾਅੱਲਾ ਅਸੀਂ ਉਹਨਾਂ ਦੀ ਉਮੀਦਾਂ ਤੇ ਪੂਰਾ ਉਤਰਾਂਗੇ। ਇਹ ਕਿ ਤੁਹਾਡੀ ਹੁਣ ਜਿਹੜੀ ਤਰਜੀਹ ਹੈ ਵੱਛਾ ਫਾਰਮਿੰਗ ਤੁਸੀਂ ਆਲਰੇਡੀ ਕਰਦੇ ਹੋ ਪਏ, ਵੱਛੀਆਂ ਵੀ ਰੱਖੀਆਂ ਨੇ, ਝੋਟੀਆਂ ਵੀ ਰੱਖੀਆਂ ਨੇ, ਹੁਣ ਤੁਹਾਡਾ ਜਿਹੜਾ ਜ਼ੇਨ ਹੈ ਉਹ ਗੋਟ ਫਾਰਮਿੰਗ ਵਾਸਤੇ ਵੇ? ਜ਼ੇਨ ਇਹਦੇ ਵਿੱਚ ਫਰਾਜ਼ ਭਾਈ ਬਹੁਤ ਹੀ
ਜਿਹੜੇ ਨੇ ਉਹ ਕਾਰੋਬਾਰ ਨਿਕਲਦੇ ਨੇ। ਇਹਦੇ ਵਿੱਚ ਹੁਣ ਫੈਟਨਿੰਗ ਦਾ ਵੀ ਹੈ, ਕੁਰਬਾਨੀ ਦਾ ਵੀ ਹੈ, ਡੇਅਰੀ ਫਾਰਮਿੰਗ ਦਾ ਵੀ ਆਉਂਦਾ ਹੈ, ਉਸ ਤੋਂ ਬਾਅਦ ਵੱਛੀਆਂ ਦਾ ਆ ਜਾਂਦਾ ਹੈ, ਕੱਟਿਆਂ ਦਾ ਆ ਜਾਂਦਾ ਹੈ। ਇਹਦੇ ਵਿੱਚ ਤੇ ਮੁxtਲਿਫ ਚੀਜ਼ਾਂ ਨੇ। ਹੁਣ ਵੱਛਿਆਂ ਦੇ ਵਿੱਚ ਵੱਛੀਆਂ ਤੇ ਨਹੀਂ ਰੱਖੀਆਂ ਜਾ ਸਕਦੀਆਂ, ਕੱਟੇ ਨਹੀਂ ਰੱਖੇ ਜਾ ਸਕਦੇ, ਕੱਟੀਆਂ ਨਹੀਂ ਮਿਕਸ ਨਹੀਂ ਹੋ ਸਕਦਾ, ਠੀਕ ਹੈ। ਉਹ ਤੇ ਹੁਣ ਵੱਛਿਆਂ ਦਾ ਬਣਾਇਆ ਬੰਦਾ ਨਾਲ ਫਾਰਮ ਵੱਖਰਾ ਜੇ ਅਗਰ ਬਣਾਉਣਾ ਚਾਹੁੰਦਾ ਹੋਏ, ਇਨਵੈਸਟਮੈਂਟ ਕਰਨਾ ਚਾਹੁੰਦਾ ਹੋਏ, ਬੰਦਾ ਨਾਲ ਦੂਸਰਾ ਫਾਰਮ ਬਣਾ ਲੈਂਦਾ, ਠੀਕ ਹੈ। ਗੋਟ ਫਾਰਮਿੰਗ ਦੇ ਵਿੱਚ ਬੱਕਰੀਆਂ ਦਾ ਵੀ ਹੁੰਦਾ ਹੈ, ਕੁਰਬਾਨੀ ਦੇ ਲੇਲਿਆਂ ਦਾ ਵੀ ਹੁੰਦਾ ਹੈ, ਠੀਕ ਹੈ। ਇਹਦੇ ਵਿੱਚ ਵੀ ਮੁxtਲਿਫ ਅਗੂ ਕਿਸਮਾਂ ਨਿਕਲਦੀਆਂ ਨੇ। 4 ਏਕੜ ਕਹਿ ਰਹੇ ਹੋ ਬਾਗ ਹੈ, ਇਸ ਤੋਂ ਇਲਾਵਾ ਟੋਟਲ ਕਿੰਨੇ ਏਕੜ ਤੁਹਾਡੇ ਕੋਲ ਜ਼ਮੀਨ ਮੌਜੂਦ ਹੈ? 14 ਏਕੜ ਹੈ। 14 ਏਕੜ ਆਪਣੀ ਜ਼ਾਤੀ ਹੈ। ਚਲੋ ਜੀ, ਮਾਸ਼ਾਅੱਲਾ, ਕਾਫੀ ਅੱਛੀ ਇਨਫੋਰਮੇਸ਼ਨ ਦਿੱਤੀ। ਉਮੀਦ ਕਰਨਾ ਦੋਸਤਾਂ ਨੂੰ ਇੰਟਰਵਿਊ ਪਸੰਦ ਆਇਆ ਹੋਵੇਗਾ। ਮਜ਼ੀਦ ਵੇਖਣ ਵਾਲਿਆਂ ਵਾਸਤੇ ਕੋਈ ਆਖਰੀ ਗੱਲ, ਕੋਈ ਆਖਰੀ ਪੈਗਾਮ? ਆਖਰੀ ਪੈਗਾਮ ਫਰਾਜ਼ ਭਾਈ ਇਹ ਕਿ ਅੱਲਾਹ ਪਾਕ ਉਹਨਾਂ ਨੂੰ ਜਿਹੜੇ ਵੇਖਣ ਵਾਲੇ ਨੇ ਉਹਨਾਂ ਨੂੰ ਖੁਸ਼ ਰੱਖੇ। ਲੇਕਿਨ ਇਹ ਵੇ ਕਿ ਕਿਸੇ ਦੇ ਉੱਤੇ ਅੰਨਾ ਤੁੰਦ ਜਿਹੜਾ ਇਤਮਾਦ ਹੈ ਉਹ ਵੀ ਅੱਛਾ ਨਹੀਂ ਹੁੰਦਾ। ਬੰਦੇ ਨੇ ਇਨਵੈਸਟੀਗੇਸ਼ਨ ਕਰਕੇ ਤੇ ਬੰਦੇ ਤੇ ਇਨਵੈਸਟਮੈਂਟ ਨਾਲ ਕਰਨੀ ਚਾਹੀਦੀ ਹੈ। ਲੇਕਿਨ ਇਹ ਵੇ ਕਿ ਮੈਂ ਕਹਾਂਗਾ ਕਿ ਅਗਰ ਕੋਈ ਬੰਦਾ ਯਾਨੀ ਕੰਮ ਕਰਨਾ ਚਾਹੁੰਦਾ ਹੈ ਜਾਂ ਕੋਈ ਕੰਮ ਕਰਦਾ ਹੈ ਤਾਂ ਉਹਦੇ ਨਾਲ ਰਲ ਕੇ ਬੰਦੇ ਨੂੰ ਜਿਹੜਾ ਨਾ ਉਹ ਪਾਰਟਿਸਿਪੇਟ ਕਰਨਾ ਚਾਹੀਦਾ ਹੈ, ਠੀਕ ਹੈ। ਇਹਦੇ ਨਾਲ ਉਹਨਾਂ ਦੀ ਵੀ ਹੋ ਜਾਂਦੀ ਹੈ, ਫਾਇਦਾ ਹੋ ਜਾਂਦਾ, ਅਗਲੇ ਬੰਦੇ ਦਾ ਵੀ ਫਾਇਦਾ ਹੋ ਜਾਂਦਾ ਹੈ। ਜੀ ਇਮਰਾਨ ਸਾਹਿਬ, ਬਹੁਤ ਸ਼ੁਕਰੀਆ ਜੀ, ਇਜਾਜ਼ਤ ਚਾਹੁੰਦੇ ਹਾਂ। ਅੱਲਾਹ ਹਾਫਿਜ਼।